ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਕਾਂਗਰਸ ਵੱਲੋਂ ਦਲਬੀਰ ਸਿੰਘ ਗੋਲਡੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਬੰਦੀ ਸਿੱਖਾਂ ਦੇ ਪਰਿਵਾਰ ਦੇ ਮੈਂਬਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਪਰਿਵਾਰ ਦੇ ਵੱਲੋਂ ਪਹਿਲਾਂ ਚੋਣ ਲੜਨ ਤੋਂ ਨਾ ਕਰ ਦਿੱਤੀ ਗਈ ਸੀ, ਪਰ ਜਦੋਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਹਨਾਂ ਨੂੰ ਅਰਜ਼ ਕੀਤੀ ਤਾਂ ਫਿਰ ਕਮਲਦੀਪ ਕੌਰ ਹੋਰਾਂ ਨੇ ਹਾਂ ਕਰ ਦਿੱਤੀ ਹੈ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸੰਗਰੂਰ ਦੀ ਮਾਹੌਲ ਤੇ ਜਿੱਥੇ ਸੰਗਰੂਰ ਦੇ ਗੱਲਬਾਤ ਕਰਾਂਗੇ ਉੱਥੇ ਹੀ ਬੰਦੀ ਸਿੱਖਾਂ ਦੀ ਰਿਹਾਈ ਦੇ ਬਾਰੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਸੰਭਵ ਹੋਵੇਗਾ ਜੇਕਰ ਸੰਗਰੂਰ ਦੇ ਲੋਕ ਇਹਨਾਂ ਨੂੰ ਮੌਕਾ ਦੇ ਦਿੰਦੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਭੈਣ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ ਮੇਰਾ ਕਿ ਸਿਆਸਤ 'ਚ ਖਾਸ ਤੌਰ ਤੇ ਰਵਾਇਤੀ ਪਾਰਟੀ ਦੇ ਨਾਲ ਜੁੜਨ ਦਾ ਜਿਹੜਾ ਵੱਡੀ ਵਜ੍ਹਾ ਕੀ ਰਹੀ ਹੈ? ਦੇਖੋ ਸਾਡੇ ਕੋਲ ਤਾਂ ਆਏ ਸੀ ਜੀ, ਜਦੋਂ ਪਹਿਲਾਂ ਅਸੀਂ ਸੁਣਦੇ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬਾਨ ਬੋਲੇ ਸੀਗੇ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਹੋਣਾ ਚਾਹੀਦਾ ਮੈਂਬਰ ਖੜਾ। ਉਸ ਤੋਂ ਬਾਅਦ ਫਿਰ ਸਾਡੇ ਕੋਲੇ ਸੰਤ ਸਮਾਜ ਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਚੋਂ ਸਾਨੂੰ ਉਮੀਦਵਾਰ ਐਲਾਨਿਆ ਸੀਗਾ ਉਹਨਾਂ ਨੇ ਸਾਰੇ ਪੰਥਕ ਧਿਰਾਂ ਵੱਲੋਂ, ਤੇ ਉਹਦੇ 'ਚ ਇਹ ਸੀ ਕਿ ਆਜ਼ਾਦ ਅਸੀਂ ਅਸਮਰੱਥਾ ਜ਼ਾਹਰ ਕੀਤੀ ਸੀਗੀ। ਤੇ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਾਨੂੰ ਆਏ ਸੀ ਬੇਨਤੀ ਕਰਨ ਕਿ ਸਾਰੀਆਂ ਪੰਥਕ ਧਿਰਾਂ ਦਾ ਹੀ ਫੈਸਲਾ ਗਾ, ਸੰਤ ਸਮਾਜ ਨੇ ਹੰਗ ਜਥੇਬੰਦੀਆਂ ਦਾ। ਫਿਰ ਅਸੀਂ ਇਹ ਕਿਹਾ ਸੀ ਕਿ ਵੀਰ ਜੀ ਕੋਲ ਜਾਵਾਂਗੇ। ਫਿਰ ਵੀਰ ਜੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਮਤਲਬ ਕਿ ਚੋਣ ਨਿਸ਼ਾਨ ਤੇ ਚੋਣ ਲੜਾਂਗੇ ਜੇਕਰ ਸਾਨੂੰ ਟਿਕਟ ਦਿੰਦੇ ਨੇ ਤਾਂ ਜੀ। ਹੁਣ ਤੁਸੀਂ ਲਗਾਤਾਰ ਹਲਕੇ 'ਚ ਜਾ ਰਹੇ ਹੋ, ਬੇਸ਼ੱਕ ਦਿਨ ਥੋੜੇ ਹੈ ਤੇ ਕਨਸਟੀਚੁਐਂਸੀ ਬਹੁਤ ਵੱਡੀ ਹੈ, ਪਰ ਕਿਸ ਤਰ੍ਹਾਂ ਦਾ ਮਾਹੌਲ ਹੈ? ਲੋਕ ਕਿਵੇਂ ਰਿਐਕਟ ਕਰਦੇ ਨੇ? ਦੇਖੋ ਜਦੋਂ ਅਸੀਂ ਲੋਕਾਂ ਨੂੰ ਜੋ ਵੀ ਅਸੀਂ ਪਰਿਵਾਰ ਨੇ ਦਰਦ ਹੰਡਾਇਆ, ਜੋ ਬੰਦੀ ਸਿੰਘਾਂ ਦਾ ਦਰਦ ਆ, ਜਦ ਉਸ ਨੂੰ ਅਸੀਂ ਲੋਕਾਂ ਦੇ ਵਿੱਚ ਬਿਆਨ ਕਰਦੇ ਹਾਂ ਤਾਂ ਤੁਸੀਂ ਬਜ਼ੁਰਗਾਂ ਦੇ ਵੀ ਆਪਣੇ ਜਿਹੜੇ ਮਾਮਾ ਭੈਣਾਂ ਜੋ ਵੀ ਸਾਰੇ ਉੱਥੇ ਹੁੰਦੇ ਨੇ, ਅਸੀਂ ਉਹਨਾਂ ਦੀਆਂ ਅੱਖਾਂ 'ਚ ਅੱਥਰੂ ਹੀ ਦੇਖਿਆ ਸੀ ਕਿ ਅਸੀਂ ਇਹ ਦੇਖਿਆ ਕਿ ਲੋਕ ਸਾਡੇ ਦਰਦ ਨੂੰ ਮਹਿਸੂਸ ਕਰ ਰਹੇ ਆ ਜੀ। ਤੁਸੀਂ ਲਗਾਤਾਰ ਇਸ ਗੱਲ ਦਾ ਤਰਕ ਦਿੰਦੇ ਹੋ ਕਿ ਮੈਂ ਸਿਆਸਤ 'ਚ ਇਸ ਕਰਕੇ ਆਈ ਹਾਂ, ਇਲੈਕਸ਼ਨ ਇਸ ਕਰਕੇ ਲੜ ਰਹੀ ਹਾਂ ਕਿ ਮੈਨੂੰ ਮੌਕਾ ਦਿਓ ਤੇ ਮੈਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕੰਮ ਕਰੂੰਗੀ, ਪਰ ਕਿਸ ਤਰ੍ਹਾਂ ਸੰਭਵ ਹੋਵੇਗਾ ਜੇਕਰ ਤੁਸੀਂ ਫਰਜ਼ ਕਰੋ MP ਬਣ ਵੀ ਜਾਂਦੇ ਹੋ ਤਾਂ ਇਕਲੌਤਾ MP ਜਿਹੜਾ ਉਹ ਐਡੀ ਵੱਡੀ ਆਵਾਜ਼ ਕਿਵੇਂ ਬੁਲੰਦ ਕਰ ਸਕਦਾ ਹੈ, ਜਾਂ ਸੰਸਦ 'ਚ ਇਕੱਲਾ ਆਵਾਜ਼ ਚੱਕਣ ਦੇ ਨਾਲ ਰਿਹਾਈ ਹੋ ਜਾਊਗੀ? ਨਹੀਂ, ਇਹਦਾ ਕਾਰਨ ਇਹ ਆ ਕਿ ਜਿਸ ਤਰ੍ਹਾਂ ਹੁਣ ਤੁਸੀਂ ਇਹ ਦੇਖੋ ਕਿ ਵੀਰ ਜੀ ਦਾ ਕੇਸ ਆ, 28 ਸਾਲਾਂ ਦੇ ਬਾਅਦ ਵੀ ਵੀਰ ਜੀ ਦਾ ਫੈਸਲਾ ਨਹੀਂ ਹੋ ਰਿਹਾ, ਅੱਜ ਵੀ ਫਾਂਸੀ ਦੇ ਤਖਤੇ ਤੇ ਖੜੇ ਨੇ। ਤੇ ਕੇਂਦਰ ਸਰਕਾਰ ਨੇ ਜਿਵੇਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਐਲਾਨ ਕੀਤਾ ਸੀਗਾ, ਐਲਾਨ ਕਰਕੇ ਉਹਨਾਂ ਨੇ ਮਤਲਬ ਉਸ ਨੂੰ ਪੂਰਾ ਨਹੀਂ ਕੀਤਾ ਹੈਗਾ, ਉਹ ਵੀ ਇੰਨੇ ਮਤਲਬ ਮੁਬਾਰਕ ਦਿਨ ਤੇ। ਤਾਂ ਮਤਲਬ ਸਾਰਿਆਂ ਨੇ ਇਹੀ ਮਹਿਸੂਸ ਕਰਦੇ ਆ ਅਸੀਂ ਇੰਨੇ ਲੰਬੇ ਸਮੇਂ ਤੋਂ ਆ ਤੇ ਸਾਰੀਆਂ ਪੰਥਕ ਧਿਰਾਂ ਵੀ ਕਿ ਉਹਨਾਂ ਨੇ ਵੀ ਸਾਡੀਆਂ ਦੂਸਰੀਆਂ ਵੋਟਾਂ ਖਰਾਬ ਨਾ ਹੋ ਜਾਣ, ਇਸ ਕਰਕੇ ਉਹਨਾਂ ਨੇ ਉਸ ਨੂੰ ਲਾਗੂ ਨਹੀਂ ਕੀਤਾ। ਫਿਰ ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਨੇ ਵੀ 6 ਵਾਰ ਆਦੇਸ਼ ਕਰਤਾ ਕੇਂਦਰ ਸਰਕਾਰ ਨੂੰ ਕਿ ਜਿਹੜਾ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ ਪੁਰਬ ਤੇ ਫੈਸਲਾ ਲਿਆਗਾ ਉਸ ਨੂੰ ਲਾਗੂ ਕਰੋ। ਉਹਦੇ ਬਾਅਦ ਵੀ ਫੈਸਲਾ ਉਹਨਾਂ ਨੇ ਹਲੇ ਤੱਕ ਵੀਰ ਜੀ ਦਾ ਕੀਤਾ ਨਹੀਂ ਹੈਗਾ। ਤੇ ਇਸੇ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਨੇ, ਕੇਜਰੀਵਾਲ ਸਰਕਾਰ ਦੇ ਕੋਲੇ ਫਾਈਲ ਆ ਜੀ 6-7 ਮਹੀਨਿਆਂ ਤੋਂ। ਤਾਂ ਮਤਲਬ ਸਾਰਿਆਂ ਦੀ ਇੱਕੋ ਹੀ ਸੋਚ ਆ, ਸਾਰੀਆਂ ਪੰਥਕ ਧਿਰਾਂ ਦੀਆਂ, ਸਿੰਘ ਸਾਹਿਬ ਜੀ ਦੀ ਵੀ, ਜਥੇਦਾਰ ਸਾਹਿਬ ਜੀ ਦੀ, ਉਹਨਾਂ ਨੇ ਤਾਂ ਕੌਮ ਨੂੰ ਸੰਦੇਸ਼ ਵੀ ਦੇ ਦਿੱਤਾਗਾ ਕਿ ਵੋਟਾਂ ਦੇ ਕਾਰਨ ਹੀ ਉਹ ਮਤਲਬ ਕਿ ਵੀਰ ਜੀ ਹੁਣਾਂ ਦੇ ਫੈਸਲੇ ਨਹੀਂ ਕਰ ਰਹੇ, ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੇ। ਪਾਰਟੀ 'ਚ ਤੁਸੀਂ ਭੈਣ ਜੀ ਹੁਣ ਸ਼ਾਮਲ ਹੋਏ ਹੋ, ਜਿਨ੍ਹਾਂ ਦੀ ਟਿਕਟ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ, ਪਹਿਲਾਂ ਸਰਕਾਰ ਰਹਿ ਚੁੱਕੀ ਇਹਨਾਂ ਦੀ ਔਰ ਸੈਂਟਰ ਦੇ ਨਾਲ ਭਾਈਵਾਲ ਵੀ ਰਹਿ ਚੁੱਕਿਆ, MP ਵੀ ਰਹਿ ਚੁੱਕਿਆ। ਜੇ ਉਦੋਂ ਨਹੀਂ ਕੁਝ ਹੋ ਸਕਿਆ ਤਾਂ ਹੁਣ ਕਿਵੇਂ ਸੰਭਵ ਹੈ? ਕਿਉਂਕਿ ਹੁਣ ਤਾਂ ਉਹਨਾਂ ਦੇ ਨਾਲ ਸਿਆਸੀ ਤੌਰ ਤੇ ਰਿਸ਼ਤਾ ਵੀ ਟੁੱਟਿਆ ਹੋਇਆ ਸੈਂਟਰ ਦੇ ਨਾਲ। ਦੇਖੋ ਅਸੀਂ ਤਾਂ ਇਹ ਆ ਕਿ ਸਾਰੀਆਂ ਪੰਥਕ ਧਿਰਾਂ ਦੀ ਇਹੀ ਕੋਸ਼ਿਸ਼ ਆ ਕਿ ਜੇ ਵੋਟਾਂ ਦੇ ਕਰਕੇ ਉਹ ਫੈਸਲਾ ਨਹੀਂ ਕਰ ਰਹੇ ਤਾਂ ਆਪਾਂ ਲੋਕਾਂ ਦੇ ਵਿੱਚ ਇੱਕ ਸੁਨੇਹਾ ਲੈ ਕੇ ਜਾਂਦੇ ਆ, ਉਹੀ ਵੋਟਾਂ ਦੇ ਰਾਹੀਂ ਅਸੀਂ ਮਤਲਬ ਉਹਨਾਂ ਨੂੰ ਇੱਕ ਸੁਨੇਹਾ ਦਈਏ ਕਿ ਸਾਰੇ ਜਿਹੜੇ ਸਾਡਾ ਸਾਰੇ ਧਰਮ, ਸਾਰੇ ਵਰਗ ਇਸ ਬੇਇਨਸਾਫੀ ਦੇ ਖਿਲਾਫ ਸਾਡਾ ਸਮੁੱਚਾ ਖਾਲਸਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਗਾ। ਇਹ ਵੋਟਾਂ ਜੋ ਅਸੀਂ ਲੜ ਰਹੇ ਆ ਉਹ ਮਤਲਬ ਦਿੱਲੀ ਨੂੰ ਇੱਕ ਸੁਨੇਹਾ ਦੇਣ ਲਈ, ਕੇਂਦਰ ਸਰਕਾਰਾਂ ਨੂੰ, ਸਾਰੀਆਂ ਸਰਕਾਰਾਂ ਨੂੰ ਸੁਨੇਹਾ ਦੇਣ ਲਈ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਜਥੇਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਬੀਤੇ ਦਿਨ, ਕਹਿੰਦੇ ਕਿ ਬਹੁਗਿਣਤੀਆਂ ਨੂੰ ਖੁਸ਼ ਕਰਨ ਦੇ ਲਈ ਕੇਂਦਰ ਦੀ ਸਰਕਾਰ ਇਹ ਫੈਸਲਾ ਨਹੀਂ ਲੈ ਰਹੀ ਹੈ। ਡੈਮੋਕ੍ਰੇਸੀ ਜਦੋਂ ਇਲੈਕਸ਼ਨ ਲੜੀ ਜਾਂਦੀ ਹੈ ਤਾਂ ਸੁਭਾਵਿਕ ਤੌਰ ਤੇ ਵੋਟ ਬਹੁਗਿਣਤੀਆਂ ਦੀ ਵੀ ਪੈਣੀ ਹੁੰਦੀ ਹੈ ਤੇ ਘੱਟ ਗਿਣਤੀਆਂ ਦੀ ਵੀ ਪੈਣੀ ਹੁੰਦੀ ਹੈ। ਮੁਖਾਲਫਤ ਵੀ ਹੈਗੀ ਹੈ, ਕੋਈ ਸ਼ੱਕ ਨਹੀਂ ਹੈ ਕਿ ਬੰਦੀ ਸਿੰਘਾਂ ਦੀ, ਔਰ ਪੱਖ 'ਚ ਵੀ ਲੋਕ ਹੈਗੇ ਨੇ। ਤਾਂ ਹੁਣ ਤਾਂ ਅਰਬਨ ਵੋਟ ਵੀ ਪੈਣੀ ਹੈ, ਰੂਰਲ ਵੋਟ ਵੀ ਪੈਣੀ ਹੈ, ਤਾਂ ਤੁਹਾਨੂੰ ਇਹ ਚੁਣੌਤੀ ਲੱਗਦੀ ਹੈ?
ਬਹੁਗਿਣਤੀਆਂ ਦਾ ਮਨ ਕਿਵੇਂ ਜਿੱਤਿਆ? ਮੈਨੂੰ ਚੁਣੌਤੀ ਨਹੀਂ ਲੱਗਦੀ ਕਿਉਂਕਿ ਮੈਂ ਇਹਦੇ 'ਚ ਆਪਣੇ ਪਰਿਵਾਰ ਦਾ ਦੱਸਦੀ ਹਾਂ ਜੀ। ਸਾਡੇ ਫਾਦਰ ਸਾਹਿਬ ਜਿਹੜੇ ਸੀਗੇ ਸਾਬਕਾ ਫੌਜੀ ਸੀਗੇ। ਦੇਸ਼ ਦੀਆਂ 3 ਜੰਗਾਂ 'ਚ ਉਹਨਾਂ ਨੇ ਹਿੱਸਾ ਲਿਆ, 62, 65 ਔਰ 71 ਦੀ ਜੰਗ। ਤੇ ਸਾਡਾ ਪਰਿਵਾਰ 'ਚ ਮਤਲਬ ਪੜ੍ਹਾਈ ਨੂੰ ਬਹੁਤ ਮੰਨਿਆ ਜਾਂਦਾ ਸੀਗਾ। ਮੇਰੇ ਭੈਣ ਵੀ ਪੜ੍ਹੇ ਹੋਏ ਸੀ, ਮੇਰੇ ਬ੍ਰਦਰ ਵੀ ਪੜ੍ਹ ਰਹੇ ਸੀਗੇ, ਕਾਲਜ ਦੇ ਵਿੱਚ ਸੀਗੇ। ਜਿਹੜਾ ਉਹ 84 ਤੋਂ ਬਾਅਦ ਦਾ ਦੌਰ ਆਇਆ ਸਾਡੇ ਪਰਿਵਾਰ ਤੇ, ਜਿਸ ਤਰੀਕੇ ਨਾਲ ਸਾਡੇ ਪਰਿਵਾਰ ਤੇ ਜ਼ਬਰ, ਜ਼ੁਲਮ, ਤਸ਼ੱਦਦ ਹੋਇਆ ਪੁਲਿਸ ਦਾ, ਸਾਰੇ ਜਿਹੜੇ ਸਾਡੇ ਉਸ ਇਲਾਕੇ ਦੇ ਹਿੰਦੂ ਸੀਗੇ ਜੀ, ਉਸ ਬਹੁਗਿਣਤੀ ਨੇ ਸਾਡਾ ਸਭ ਤੋਂ ਵੱਧ ਸਾਥ ਦਿੱਤਾ ਸੀ ਜੀ। ਇੱਥੋਂ ਤੱਕ ਕਿ ਜਦੋਂ ਪੁਲਿਸ ਸਾਡੀ ਗੱਡੀ ਨੂੰ ਸਭ ਤੋਂ ਪਹਿਲਾਂ ਲੈ ਕੇ ਗਈ ਸੀਗੀ, ਉਦੋਂ ਤਾਂ ਮੇਰੇ ਜਿਹੜੇ ਭਰਾ ਸੀ ਸੰਘਰਸ਼ ਦੇ ਵਿੱਚ ਵੀ ਸ਼ਾਮਲ ਨਹੀਂ ਸੀਗੇ। ਤੇ ਉਸ ਟਾਈਮ ਤੇ ਜਿਹੜੇ ਸਾਡੇ ਉੱਥੇ ਹਿੰਦੂ ਭਾਈਚਾਰਾ ਸੀ, ਉਹਨਾਂ ਨੇ ਹੀ ਸਾਡੇ ਨਾਲ ਜਾਂਦੇ ਸੀਗੇ। ਤੇ ਜਦੋਂ ਸੰਘਰਸ਼ ਦੇ ਵਿੱਚ ਵੀ ਵੀਰ ਜੀ ਆਏ ਪੁਲਿਸ ਦੇ ਤੰਗ ਪਰੇਸ਼ਾਨ ਕਰਨ ਕਰਕੇ, ਤਾਂ ਜਿਹੜੇ ਸਾਡਾ ਹਿੰਦੂ ਭਾਈਚਾਰਾ ਸੀ ਉਹੀ ਸਾਡਾ ਸਾਥ ਦਿੰਦਾ ਸੀ। ਮੇਰੀ ਕਾਲਜ 'ਚ ਐਡਮਿਸ਼ਨ ਵੀ ਹਿੰਦੂ ਭਾਈਚਾਰੇ ਨੇ ਕਰਵਾਈ ਸੀ ਜੀ। ਇੱਥੋਂ ਤੱਕ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਹਿੰਦੂ ਭਾਈਚਾਰੇ ਨੇ ਸਾਡੇ ਕਰਕੇ ਇੱਕ ਪਰਿਵਾਰ ਐਸਾ ਸੀ ਜਿਹਦੇ ਤੇ ਪੁਲਿਸ ਤਸ਼ੱਦਦ ਹੋਇਆ ਸੀ। ਉਹਨਾਂ ਨੇ ਮੇਰੇ ਫਾਦਰ ਸਾਹਿਬ ਜਦੋਂ ਗਏ, ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਕਾਰਨ ਤੁਹਾਡੇ ਤੇ ਤਸ਼ੱਦਦ ਹੋਇਆਗਾ। ਤੁਸੀਂ ਮੰਨੋਗੇ ਕਿ ਉਸ ਹਿੰਦੂ ਜਿਹੜੇ ਪਰਿਵਾਰ ਸੀ ਉਹਨਾਂ ਨੇ ਇਹ ਜਵਾਬ ਦਿੱਤਾ ਸੀ, ਕਹਿੰਦੇ ਕਿ ਤੁਸੀਂ ਤਾਂ ਆਪਣਾ ਕੱਲਾ ਪੁੱਤ ਵਾਰ ਦਿੱਤਾ, ਅਸੀਂ ਤਾਂ ਸਿਰਫ ਪੁਲਿਸ ਦਾ ਤਸ਼ੱਦਦ ਹੀ ਸੀ। ਇਹ ਭਾਵਨਾ ਉਹਨਾਂ ਦੇ ਵਿੱਚ ਸੀਗੀ ਜੀ। ਹਾਂਜੀ, ਜਥੇਦਾਰ ਸਾਹਿਬ ਨੇ ਬੇਸ਼ੱਕ ਇਕੱਠੇ ਹੋਣ ਦੀ ਗੱਲ ਕੀਤੀ ਹੈ, ਕੌਮ ਨੂੰ ਸੰਦੇਸ਼ ਦਿੱਤਾ ਕਿ ਇਕੱਤਰ ਹੋ ਜਾਓ। ਇਹਦੇ ਬਾਵਜੂਦ ਬੇਸ਼ੱਕ ਸਾਰੀਆਂ ਪੰਥਕ ਧਿਰਾਂ ਤੁਹਾਡੇ ਕੋਲ ਆਈਆਂ, ਗੱਲ ਕੀਤੀ, ਪਰ ਹਾਲੇ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ। ਸੁਖਬੀਰ ਸਿੰਘ ਬਾਦਲ ਵੀ ਜਾ ਕੇ ਆਏ, ਵਜ੍ਹਾ ਕੀ ਰਹੀ ਔਰ ਇਸ ਉਹਨਾਂ ਦੇ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਅਸੀਂ ਤਾਂ ਬੇਨਤੀ ਕੀਤੀ ਸੀ ਮਾਨ ਸਾਹਿਬ ਜੀ ਨੂੰ ਕਿ ਤੁਸੀਂ ਸਾਡੇ ਬਜ਼ੁਰਗ ਹੋ। ਅਸੀਂ ਤਾਂ ਆਪਣੇ ਘਰ 'ਚ ਖੜ ਕੇ ਬੇਨਤੀ ਕੀਤੀ ਸੀ, ਆਪਣੇ ਉਜੜੇ ਹੋਏ ਘਰ ਦੇ ਵਿੱਚ, ਕਿ ਮਾਨ ਸਾਹਿਬ ਜੀ ਸਾਡੇ ਉਜੜੇ ਹੋਏ ਘਰਾਂ ਦੀਆਂ ਕੰਧਾਂ ਵੀ ਤੁਹਾਨੂੰ ਵਾਸਤਾ ਪਾਉਂਦੀਆਂ ਨੇ। ਵੀਰ ਜੀ ਰਾਜੋਆਣਾ ਜੀ ਨੇ ਵੀ ਬੇਨਤੀ ਕੀਤੀ। ਪਰ ਮੈਂ ਇੱਥੇ ਇਹ ਕਹੂੰਗੀ ਕਿ ਮਾਨ ਸਾਹਿਬ ਜੀ ਨੂੰ ਕੌਮ ਦਾ ਦਰਦ ਨਹੀਂ ਹੈਗਾ, ਬੰਦੀ ਸਿੰਘਾਂ ਦਾ ਦਰਦ ਨਹੀਂ ਹੈਗਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਦੇਖੋ ਮਾਨ ਸਾਹਿਬ ਨੂੰ ਸਮੁੱਚੇ ਖਾਲਸਾ ਪੰਥ ਨੇ ਜੇਲ੍ਹ 'ਚੋਂ ਰਿਹਾ ਕਰਵਾਇਆ ਸੀ, ਪਰ ਇੱਕ ਵੀ ਮੁਲਾਕਾਤ ਮਾਨ ਸਾਹਿਬ ਜੀ ਨੇ ਮੇਰੇ ਫਾਂਸੀ ਚੱਕੀ 'ਚ ਬੰਦ ਵੀਰ ਜੀ ਨਾਲ ਅੱਜ ਤੱਕ 28 ਸਾਲਾਂ 'ਚ ਨਹੀਂ ਕੀਤੀ ਜੀ। ਕਿਸੇ ਹੋਰ ਬੰਦੀ ਸਿੰਘ ਦੇ ਨਾਲ ਵੀ ਨਹੀਂ ਕੀਤੀ। ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਮਤਲਬ ਪਰਿਵਾਰ ਦੇ ਵਿੱਚ ਮੇਰੇ ਭੈਣ ਪਹਿਲਾਂ ਸ਼ਹੀਦ ਕਰ ਦਿੱਤੇ ਗਏ ਸੀ, ਮੇਰੇ ਜਿਹੜੇ ਬ੍ਰਦਰ ਸੀਗੇ ਉਹ ਸ਼ਹੀਦ ਕਰ ਦਿੱਤੇ ਗਏ ਸੀਗੇ, ਮੇਰੇ ਮਦਰ ਇਸ ਦੁਨੀਆ 'ਚ ਨਹੀਂ ਰਹੇ ਸੀਗੇ। ਸਿਰਫ ਹੁਣ ਸਾਡੇ ਕੋਲੇ ਸਾਡੇ ਫਾਦਰ ਸਾਹਿਬ ਸੀਗੇ, ਜਿਹੜੇ ਕਿ ਤੁਸੀਂ ਪਿੱਛੇ ਜੇ ਵੀਰ ਜੀ ਨੂੰ ਸਿਰਫ 1 ਘੰਟੇ ਦੀ ਪੈਰੋਲ ਮਿਲੀ ਸੀਗੀ ਵੀਰ ਜੀ ਨੂੰ 28 ਸਾਲਾਂ 'ਚ ਪਹਿਲੀ ਵਾਰ, ਉਹ ਵੀ ਫਾਦਰ ਸਾਹਿਬ ਦੀ ਅੰਤਿਮ ਅਰਦਾਸ ਤੇ ਮਾਨ ਸਾਹਿਬ ਨੇ ਤਾਂ ਕਦੇ ਵੀ ਨਾ ਬੰਦੀ ਸਿੰਘ ਪਰਿਵਾਰਾਂ ਦਾ, ਨਾ ਸਾਡੇ ਦਰਦ ਦੇ ਵਿੱਚ ਉਹ ਕਦੇ ਸ਼ਾਮਲ ਹੋਏ, ਨਾ ਬੰਦੀ ਸਿੰਘਾਂ ਦੇ ਦਰਦ ਦੇ ਵਿੱਚ ਸ਼ਾਮਲ ਹੋਏ। ਤੇ ਅੱਜ ਮੈਂ ਕਹਾਂਗੀ ਕਿ ਜਦ ਪੂਰਾ ਖਾਲਸਾ ਪੰਥ ਇਕੱਠਾ ਹੋ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਤੇ ਮਾਨ ਸਾਹਿਬ ਨੂੰ ਜੇ ਸਾਡਾ ਦਰਦ ਹੁੰਦਾ, ਬੰਦੀ ਸਿੰਘਾਂ ਦਾ ਦਰਦ ਹੁੰਦਾ, ਪਰਿਵਾਰਾਂ ਦਾ ਦਰਦ ਹੁੰਦਾ, ਤਾਂ ਮਾਨ ਸਾਹਿਬ ਸਾਡੇ ਨਾਲ ਖੜੇ ਹੁੰਦੇ। ਤੁਹਾਡੀ ਨਿੱਜੀ ਤੌਰ ਤੇ ਵੀ ਗੱਲਬਾਤ ਜਾਂ ਮੁਲਾਕਾਤ ਹੋਈ? ਨਹੀਂ ਜੀ, ਅਸੀਂ ਬੇਨਤੀ ਕੀਤੀ ਹੈ, ਅਸੀਂ ਮੀਡੀਆ ਰਾਹੀਂ ਬੇਨਤੀ ਕੀਤੀ ਹੈ, ਉਹਨਾਂ ਨੂੰ ਮਿਲਣ ਦੀ ਵੀ ਅਸੀਂ ਫੋਨ ਕੀਤੇ, ਪਰ ਮਾਨ ਸਾਹਿਬ ਕੋਲੇ ਸਾਨੂੰ ਮਿਲਣ ਦੇ ਲਈ ਟਾਈਮ ਨਹੀਂ ਹੈ। ਤੁਹਾਨੂੰ ਕੀ ਮਜਬੂਰੀ ਲੱਗਦੀ ਹੈ ਮਾਨ ਸਾਹਿਬ ਦੀ? ਮਾਨ ਸਾਹਿਬ ਦੀ ਤਾਂ ਮੈਨੂੰ ਤਾਂ ਜੀ ਇਹੀ ਮਹਿਸੂਸ ਕਰਦੇ ਆ, ਜਿਵੇਂ ਉਹਨਾਂ ਦਾ ਬਿਆਨ ਪੜਿਆਗਾ ਰਾਹੁਲ ਗਾਂਧੀ ਦੇ, ਉਹਨਾਂ ਨੂੰ ਮਤਲਬ ਇੱਕ ਕਰਪਸ਼ਨ ਦੇ ਕੇਸ ਦੇ ਵਿੱਚ ਪੁੱਛਗਿੱਛ ਆ, ਸਿਰਫ ਉਹਨਾਂ ਨੂੰ ਤਸ਼ੱਦਦ ਲੱਗਦਾਗਾ। ਪਰ ਜਿਹੜੇ ਸਾਡੇ ਵੀਰ ਮਤਲਬ 28 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ, ਅਸੀਂ ਪਰਿਵਾਰਾਂ ਨੇ ਪਿੱਛੇ ਇੰਨਾ ਦਰਦ ਹੰਢਾਇਆਗਾ। 28 ਸਾਲ ਦੀਆਂ ਮੁਲਾਕਾਤਾਂ ਐਵੇਂ ਨਹੀਂ ਹੋ ਗਈਆਂ ਜੀ। ਉਹਦੇ ਲਈ ਆਪਣੇ ਘਰ ਵੇਚੇ, ਆਪਣਾ ਸਾਰਾ ਕੁਝ ਵੇਚਿਆ, ਮਾਤਾ ਪਿਤਾ ਨੇ ਤਸ਼ੱਦਦ ਸਹਿਆ, ਇੰਨੀਆਂ ਤਕਲੀਫਾਂ ਸਹਿਣ ਕੀਤੀਆਂ। ਮਾਨ ਸਾਹਿਬ ਨੂੰ ਇਹਦਾ ਕੋਈ ਦਰਦ ਨਹੀਂ ਹੈਗਾ ਜੀ। ਆਖਰੀ ਸਵਾਲ ਮੇਰਾ, ਜਦੋਂ ਐਮਪੀ ਬਣਦਾ ਤਾਂ ਸੁਭਾਵਿਕ ਹੈ ਕਿ ਕਿਸੇ ਇੱਕ ਮਸਲੇ ਲਈ ਤਾਂ ਲੋਕ ਐਮਪੀ ਨਹੀਂ ਬਣਾਉਂਦੇ, ਕਿਉਂਕਿ 9 ਹਲਕਿਆਂ ਨੇ ਵੋਟ ਪਾਉਣੀ ਹੁੰਦੀ ਹੈ। ਬੰਦੀ ਸਿੱਖਾਂ ਦੀ ਰਿਹਾਈ ਤੋਂ ਇਲਾਵਾ ਤੁਹਾਡਾ ਹੋਰ ਵੀ ਕੋਈ ਰੋਡ ਮੈਪ ਹੈਗਾ ਸੰਗਰੂਰ ਨੂੰ ਲੈ ਕੇ? ਦੇਖੋ, ਬਹੁਤ ਸਾਰੇ ਮਸਲੇ ਨੇ, ਪੰਜਾਬ ਦੇ ਵੀ ਮਸਲੇ ਨੇ, ਸੰਗਰੂਰ ਵਾਸੀਆਂ ਦੇ ਵੀ ਮਸਲੇ ਨੇ, ਪਰ ਅਸੀਂ ਇਸ ਟਾਈਮ ਜਿਹੜਾ ਆਪਣੇ ਸੰਗਰੂਰ ਵਾਸੀਆਂ ਨੂੰ ਵੀ ਇਹੀ ਬੇਨਤੀ ਕੀਤੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਬਹੁਤ ਵੱਡੀ ਬੇਇਨਸਾਫੀ ਹੈ, ਇਹ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਮਸਲਾ ਗਾ। ਮੈਂ ਕਹਿੰਦੀ ਆ ਕਿ ਪੂਰੇ ਦੇਸ਼ ਦੇ ਵਿੱਚ ਵੀਰ ਜੀ ਦਾ ਕੇਸ ਇੱਕ ਆਪਦੇ ਆਪ 'ਚ ਉਦਾਹਰਨ ਹੈ ਜੀ, ਕਿ 28 ਸਾਲਾਂ ਬਾਅਦ ਵੀ ਫੈਸਲਾ ਨਹੀਂ ਹੋ ਰਿਹਾ। ਮਾਨ ਸਾਹਿਬ ਇਹ ਗੱਲ ਕਹਿੰਦੇ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹ ਜਵਾਬ ਦਿੰਦੇ, ਕਹਿੰਦੇ ਜੇ ਐਡਾ ਹੀ ਤੁਹਾਨੂੰ ਦਰਦ ਹੈ ਤਾਂ ਫਿਰ ਤੁਸੀਂ ਐਸਜੀਪੀਸੀ ਦਾ ਪ੍ਰਧਾਨ ਬੰਦੀ ਸਿੱਖਾਂ ਦਾ ਪਰਿਵਾਰ ਕਿਉਂ ਨਹੀਂ ਬਣਾਉਂਦੇ? ਅਸੀਂ ਤਾਂ ਇਹ ਕਹਿੰਦੇ ਆ ਕਿ ਅਸੀਂ ਪ੍ਰਧਾਨਗੀ ਨਹੀਂ ਚਾਹੀਦੀ, ਸਾਨੂੰ ਰਾਜਨੀਤੀ ਵੀ ਨਹੀਂ ਚਾਹੀਦੀ। ਮਾਨ ਸਾਹਿਬ ਜੀ, ਤੁਸੀਂ ਸਾਡੇ ਭਰਾਵਾਂ ਨੂੰ ਰਿਹਾ ਕਰਵਾ ਦਿਓ,
ਅਸੀਂ ਤਾਂ ਰਾਜਨੀਤੀ 'ਚ ਵੀ ਨਹੀਂ ਆਉਣਾ ਚਾਹੁੰਦੇ। ਅਸੀਂ ਅੱਜ ਜੇ ਰਾਜਨੀਤੀ ਦੇ ਵਿੱਚ ਆਏ ਆ ਤਾਂ ਵੋਟਾਂ ਦੇ ਰਾਹੀਂ ਇੱਕ ਸੁਨੇਹਾ ਦੇਣ ਵਾਸਤੇ ਆਏ ਆ ਕਿ ਵੋਟਾਂ ਦੇ ਕਰਕੇ ਤੁਸੀਂ ਸਾਡੇ ਭਰਾਵਾਂ ਨੂੰ ਰਿਹਾ ਨਹੀਂ ਕਰ ਰਹੇ। ਅਸੀਂ ਵੋਟਾਂ ਦੇ ਰਾਹੀਂ ਲੋਕਤਾਂਤਰਿਕ ਤਰੀਕੇ ਦੇ ਨਾਲ ਜੋ ਸਿੰਘ ਸਾਹਿਬ ਜੀ ਨੇ ਸਾਨੂੰ ਆਦੇਸ਼ ਦਿੱਤੇ ਉਹਨਾਂ ਦੇ ਹੁਕਮ ਦੇ ਨਾਲ ਆਏ ਆ ਤੇ ਬਾਕੀ ਵੀਰ ਜੀ ਜਿਹੜੇ ਰਾਜੋਆਣਾ ਜੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਆ ਜੀ। ਅਸੀਂ ਤਾਂ ਪੰਥ ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨ ਕੇ ਇੱਥੇ ਆਏ ਆ ਜੀ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬੀਬੀ ਕਮਲਦੀਪ ਕੌਰ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਰਾਜਨੀਤੀ ਕਰਨ ਦੇ ਲਈ ਨਹੀਂ ਆਏ। ਉਹਨਾਂ ਦਾ ਮੁੱਖ ਮੁੱਦਾ ਹੈ ਕਿ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ ਜਾ ਸਕੇ ਤੇ ਉਹ ਲਗਾਤਾਰ ਅਪੀਲ ਕਰਦੇ ਨੇ ਕਿ ਸਿੱਖ ਕੌਮ ਨੂੰ ਇਸ ਮਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਆਦੇਸ਼ ਮੰਨਦਾ ਇਕੱਤਰ ਹੋਣਾ ਚਾਹੀਦਾ। ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ ਟੀਵੀ, ਸੰਗਰੂਰ।